प्यारे बच्चों सत श्री अकाल। ਅੱਜ ਅਸੀਂ ਆਪਣੀ 9ਵੀਂ ਜਮਾਤ ਦੀ ਪਾਠ ਪੁਸਤਕ ਵਿੱਚ ਦਿੱਤੀ ਇਕਾਂਗੀ ਮੋਨਤਾਰੀ ਪੜਾਂਗੇ। ਵੈਸੇ ਤਾਂ ਇਕਾਂਗੀ ਬੱਚੇ ਪੜ੍ਹੀ ਨਹੀਂ ਜਾਂਦੀ, ਇਸ ਨੂੰ ਸਟੇਜ ਤੇ ਖੇਡਿਆ ਜਾਂਦਾ ਹੈ। ਪਾਤਰ ਦਿੱਤੇ ਜਾਂਦੇ ਹਨ ਅਤੇ ਪਾਤਰ ਆਪਣੇ ਆਪਣੇ ਕਿਰਦਾਰ ਨਿਭਾਉਂਦੇ ਹਨ। ਪਰ ਕਰੋਨਾ ਕਰਕੇ ਮਜਬੂਰਨ ਅਸੀਂ ਸਭ ਆਪਣੇ ਆਪਣੇ ਘਰਾਂ ਵਿੱਚ ਬੰਦ ਹਾਂ ਤੇ ਸਾਨੂੰ ਇਕਾਂਗੀ ਨੂੰ ਪੜ੍ਹਨਾ ਅਤੇ ਸੁਣਨਾ ਹੀ ਪਵੇਗਾ। ਆਓ ਅਸੀਂ ਪੜ੍ਹਦੇ ਹਾਂ ਕਿ ਇਸ ਵਿੱਚ ਈਸ਼ਵਰ ਚੰਦਰ ਨੰਦਾ ਕੀ ਕਹਿੰਦੇ ਹਨ। ਪਹਿਲੇ ਅਸੀਂ ਇਕਾਂਗੀ ਬਾਰੇ ਪੜ੍ਹਦੇ ਹਾਂ ਕਿ ਇਕਾਂਗੀ ਦੇ ਵਿੱਚ ਕਿਸ ਚੀਜ਼ ਨੂੰ ਦਰਸਾਇਆ ਗਿਆ ਹੈ। ਮੋਨਤਾਰੀ ਇਕਾਂਗੀ ਵਿੱਚ ਈਸ਼ਵਰ ਚੰਦਰ ਨੰਦਾ ਨੇ ਤਤਕਾਲੀ ਸਮਾਜ ਦੀ ਯਥਾਰਥਕ ਪੇਸ਼ਕਾਰੀ ਹਲਕੇ ਫੁਲਕੇ ਅਤੇ ਰੋਚਕ ਅੰਦਾਜ਼ ਨਾਲ ਪੇਸ਼ ਕੀਤੀ ਹੈ। ਰਾਮ ਪਿਆਰੀ ਤੇ ਹਰੀ ਚੰਦਰ ਸਧਾਰਨ ਪਰਿਵਾਰ ਦੇ ਹੀ ਪਾਤਰ ਹਨ। ਉਹ ਸਮਾਜਿਕ ਰਿਸ਼ਤਿਆਂ ਨਾਤਿਆਂ ਨੂੰ ਬਿਨਾਂ ਕਿਸੇ ਛਲ ਕਪਟ ਤੋਂ ਪੇਸ਼ ਕਰਦੇ ਹਨ। ਰਾਮ ਪਿਆਰੀ ਦਾ ਭਤੀਜਾ ਮਦਨ ਕਿਸੇ ਗਬਨ ਕੇਸ ਵਿੱਚ ਭਗੌੜਾ ਹੈ ਅਤੇ ਉਸ ਦੇ ਘਰ ਸ਼ਰਨ ਲੈਣ ਆਉਂਦਾ ਹੈ। ਹਰੀਚੰਦ ਪਹਿਲਾਂ ਹੀ ਬਿਮਾਰੀਆਂ ਕਾਰਨ ਪਰੇਸ਼ਾਨ ਹੈ। ਉਹ ਮਦਨ ਨੂੰ ਘਰ ਪਨਾਹ ਦੇਣ ਨੂੰ ਇੱਕ ਹੋਰ ਮੁਸੀਬਤ ਸਹੇੜਨਾ ਸਮਝਦਾ ਹੈ। ਰਾਮ ਪਿਆਰੀ ਦਾ ਪੁੱਤਰ ਕਿਸ਼ੋਰ ਪੜ੍ਹਿਆ ਲਿਖਿਆ ਚਿਤੰਨ ਅਤੇ ਸਰਕਾਰੀ ਮੁਲਾਜ਼ਮ ਹੈ। ਉਹ ਸਾਦਾ ਸੰਤਾਂ ਅਤੇ ਵਹਿਮਾਂ ਦੇ ਸਖਤ ਖਿਲਾਫ ਹੈ ਅਤੇ ਇਹਨਾਂ ਰਾਹੀਂ ਲੋਕਾਂ ਦੀ ਆਰਥਿਕ ਤੇ ਮਾਨਸਿਕ ਤੌਰ ਤੇ ਕੀਤੀ ਜਾਂਦੀ ਲੁੱਟ ਦਾ ਪਰਦਾਫਾਸ਼ ਕਰਨ ਲਈ ਯਤਨਸ਼ੀਲ ਹੈ। ਇਹ ਇਕਾਂਗੀ ਦੇ ਵਧੇਰੇ ਹਿੱਸੇ ਵਿੱਚ ਮੋਨਤਾਰੀ ਅਤੇ ਸਾਧੂ ਆਮ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚ ਫਸਾਉਣ ਅਤੇ ਗੁੰਮਰਾਹ ਕਰ ਰਹੇ ਪ੍ਰਤੀਤ ਹੁੰਦੇ ਹਨ, ਪਰ ਅੰਤ ਵਿੱਚ ਸੱਚਾਈ ਸਪਸ਼ਟ ਹੁੰਦੀ ਹੈ। ਅਸਲ ਵਿੱਚ ਉਹ ਪੁਲਿਸ ਦੇ ਮੁਲਾਜ਼ਮ ਹਨ ਜੋ ਗਬਨਕਾਰੀ ਨੂੰ ਗ੍ਰਿਫਤਾਰ ਕਰਨ ਲਈ ਇਹ ਸਾਰਾ ਨਾਟਕ ਕਰਦੇ ਹਨ। ਇਸ ਪ੍ਰਕਾਰ ਇਸ ਇਕਾਂਗੀ ਵਿੱਚ ਵਹਿਮਾਂ ਭਰਮਾਂ ਪ੍ਰਤੀ ਚੇਤਨਤਾ, ਭ੍ਰਿਸ਼ਟ ਲੋਕਾਂ ਦਾ ਕਿਰਦਾਰ ਅਤੇ ਪੁਲਿਸ ਦੀ ਬਿਹਤਰ ਕਾਰਗੁਜ਼ਾਰੀ ਨੂੰ ਬਾਖੂਬੀ ਪੇਸ਼ ਕੀਤਾ ਗਿਆ ਹੈ। ਆਓ ਅਸੀਂ ਇਕਾਂਗੀ ਵਿੱਚ ਪੜ੍ਹਦੇ ਹਾਂ। ਪਹਿਲਾਂ ਇਸ ਵਿੱਚ ਕਿਹੜੇ ਕਿਹੜੇ ਪਾਤਰ ਹਨ। ਪਾਤਰ ਰਾਮ ਪਿਆਰੀ, ਇੱਕ ਅਧਖੜ ਉਮਰ ਦੀ ਤੀਵੀਂ। ਹਰੀਚੰਦ ਰਾਮ ਪਿਆਰੀ ਦਾ ਘਰਵਾਲਾ, ਉਮਰ ਲਗਭਗ 60 ਸਾਲ, ਸਿਹਤ ਖਰਾਬ। ਮਦਨ ਲਾਲ 30-32 ਸਾਲ ਦਾ ਨੌਜਵਾਨ, ਰਾਮ ਪਿਆਰੀ ਦਾ ਭਣੇਵਾਂ। ਸਾਧੂ ਉਮਰ 35-40 ਸਾਲ। ਮੋਨਤਾਰੀ ਉਮਰ ਲਗਭਗ 50, ਪਹਿਲੇ ਸਾਧੂ ਦਾ ਮੋਨਤਾਰੀ ਜੋਟੀਦਾਰ। ਕਿਸ਼ੋਰ ਚੰਦ ਹਰੀਚੰਦ ਦਾ ਲੜਕਾ, ਉਮਰ ਲਗਭਗ 30 ਸਾਲ, ਸਰਕਾਰੀ ਦਫ਼ਤਰ ਵਿੱਚ ਅਸਿਸਟੈਂਟ। ਵਕਤ ਸ਼ਾਮ ਦੇ 5 ਵਜੇ। ਜ਼ਮਾਨਾ ਅੱਜ ਕੱਲ੍ਹ। ਸਥਾਨ ਕਿਸ਼ੋਰ ਚੰਦ ਦਾ ਸਰਕਾਰੀ ਕੁਆਟਰ। ਸਟੇਜ ਪਰਦਾ ਉੱਤੇ। ਕੁਆਟਰ ਦਾ ਬਰਾਂਡਾ, ਬਰਾਂਡੇ ਦੇ ਅੱਗੇ 2 ਨੀਵੀਆਂ ਪੌੜੀਆਂ, ਪੌੜੀਆਂ ਦੇ ਅੱਗੇ ਛੋਟਾ ਜਿਹਾ ਵਿਹੜਾ, ਵਿਹੜੇ ਦੇ ਖੱਬੇ ਪਾਸੇ ਬਾਹਰ ਆਉਣ ਜਾਣ ਦਾ ਰਸਤਾ। ਬਰਾਂਡੇ ਦੇ ਵਿਚਕਾਰ ਇੱਕ ਦਰਵਾਜ਼ਾ ਕਮਰੇ ਵਿੱਚ ਖੁੱਲ੍ਹਦਾ ਹੈ। ਦਰਵਾਜ਼ਾ ਅੱਧ ਖੁੱਲ੍ਹਾ ਪਿਆ ਹੈ। ਬਰਾਂਡੇ ਦੇ ਸੱਜੇ ਪਾਸੇ ਦੂਜੇ ਕਮਰੇ ਦਾ ਬੰਦ ਦਰਵਾਜ਼ਾ ਦਿਸਦਾ ਹੈ। ਬਰਾਂਡੇ ਦੇ ਸੱਜੇ ਖੱਬੇ ਸਿਰਿਆਂ ਉੱਤੋਂ 2 ਥੰਮ ਹਨ। ਬਰਾਂਡੇ ਵਿੱਚ ਇੱਕ ਚਾਰਪਾਈ ਪਈ ਹੈ। ਅੱਧ ਖੁੱਲ੍ਹੇ ਦਰਵਾਜ਼ੇ ਦੇ ਕੋਲ ਇੱਕ ਆਰਾਮ ਕੁਰਸੀ ਅਤੇ ਇੱਕ ਹੋਰ ਕੁਰਸੀ ਦਰਵਾਜ਼ੇ ਦੇ ਕੁਝ ਅੱਗੇ। ਰਾਮ ਪਿਆਰੀ ਇੱਕ ਪਟੜੀ ਤੇ ਉੱਤੇ ਬੈਠੀ ਸਬਜ਼ੀ ਚੀਰ ਰਹੀ ਹੈ। ਪਾਤਰ ਚਿੱਤਰਨ ਦੇ ਨਾਲ ਨਾਲ ਸਾਨੂੰ ਇਕਾਂਗੀ ਵਾਪਰਨ ਦਾ ਸਮਾਂ, ਸਥਾਨ ਆ ਸਭ ਕੁਝ ਗਿਆਨ ਹੋ ਗਿਆ ਹੈ ਕਿ ਉੱਥੇ ਕਿਸ ਤਰ੍ਹਾਂ ਦਾ ਘਰ ਸੀ ਜਾਂ ਕਿਹੜੇ ਸਥਾਨ ਤੇ ਜਿਹੜੀ ਇਕਾਂਗੀ ਹੈ ਉਹ ਵਾਪਰਦੀ ਹੈ। ਆਓ ਅਸੀਂ ਇਸ ਵਿੱਚ ਪੜ੍ਹਦੇ ਹਾਂ ਕਿ ਲੇਖਕ ਕੀ ਕਹਿਣਾ ਚਾਹੁੰਦਾ ਹੈ। ਰਾਮ ਪਿਆਰੀ ਸਬਜ਼ੀ ਚੀਰਦੀ ਹੋਈ। ਖਾਏ ਕੋਈ ਕੀ, ਸਬਜ਼ੀਆਂ ਨੂੰ ਤਾਂ ਅੱਗ ਲੱਗੀ ਹੋਈ ਹੈ। ਐਨੇ ਚਿਰ ਨੂੰ ਹਰੀ ਰਾਮ ਖੰਘਦਾ ਖੰਘਦਾ ਵਿਚਕਾਰਲੇ ਦਰਵਾਜ਼ੇ ਵਿੱਚੋਂ ਬਾਹਰ ਆਉਂਦਾ ਹੈ। ਇੱਕ ਹੱਥ ਵਿੱਚ ਦਵਾਈ ਦੀ ਸ਼ੀਸ਼ੀ, ਦੂਜੇ ਵਿੱਚ ਮੋਟੀ ਜਿਹੀ ਮੁੱਠ ਵਾਲੀ ਸੋਟੀ, ਸਿਰ ਤੇ ਸਾਫਾ ਜਿਹਦਾ ਧੁਰਾ ਉੱਠਿਆ ਹੋਇਆ ਜਾਪਦਾ ਹੈ ਅਤੇ ਸ਼ਿਮਲਾ ਪਿੱਛੇ ਲਟਕਦਾ ਹੈ। ਖੁੱਲ੍ਹਾ ਪਜਾਮਾ, ਲੰਮਾ ਕੋਟ, ਪੈਰੀ ਗੁਲਗਾਬੀ ਸ਼ਕਲ ਦੇ ਸਲੀਪਰ, ਠਿੱਬੇ ਜਿਹੇ ਪੁਰਾਣੇ। ਹਰੀਚੰਦ ਸਿੱਧਾ ਹੀ ਬਰਾਂਡੇ ਦੀਆਂ ਪੌੜੀਆਂ ਉਤਰ ਕੇ ਬਾਹਰ ਨੂੰ ਜਾਣ ਲੱਗਦਾ ਹੈ। ਜਦੋਂ ਹੀ ਉਹ ਦਰਵਾਜ਼ੇ ਕੋਲ ਪੁੱਜਦਾ ਹੈ, ਰਾਮ ਪਿਆਰੀ ਉਸ ਨੂੰ ਬੁਲਾਉਂਦੀ ਹੈ। ਰਾਮ ਪਿਆਰੀ, ਕਿੱਥੇ ਚੱਲੇ ਹੋ? ਹਰੀਚੰਦ ਸਿਰ ਪੁਆ ਕੇ ਤੇ ਖਿੱਚ ਕੇ, ਠੱਠੇ ਖੂਚ। ਰਾਮ ਪਿਆਰੀ, ਹਾਏ ਹਾਏ, ਸੁੱਖ ਦੀ ਬੋਲੀ ਬੋਲੋ, ਕੀ ਹੋ ਗਿਆ ਹੈ ਜੇ ਮੱਤ ਨੂੰ? ਹਰੀਚੰਦ, ਤੁਹਾਨੂੰ ਕਿੰਨੀ ਵਾਰ ਕਿਹਾ ਹੈ ਜਾਂਦਿਆਂ ਨੂੰ ਪਿੱਛੋਂ ਆਵਾਜ਼ ਨਾ ਮਾਰਿਆ ਕਰੋ। ਰਾਮ ਪਿਆਰੀ,
ਤੇ ਕੀ ਹੋ ਗਿਆ ਫਿਰ, ਕਿੱਥੇ ਚੱਲੇ ਹੋ? ਹਰੀਚੰਦ ਹੱਥ ਵਾਲੀ ਸ਼ੀਸ਼ੀ ਵਿਖਾ ਕੇ, ਵੇਖਦੀ ਨਹੀਂ ਡਾਕਟਰ ਵੱਲ। ਰਾਮ ਪਿਆਰੀ ਛੇਤੀ ਮੁੜਨਾ ਭਲਾ। ਹਰੀਚੰਦ ਤੇ ਹੋਰ ਮੈਂ ਉੱਥੇ ਸ਼ਤਰੰਜ ਦੀ ਬਾਜੀ ਲਗਾਉਣ ਚੱਲਿਆ ਹੂੰ। ਜਾਂਦਾ ਜਾਂਦਾ ਦਰਵਾਜ਼ੇ ਨੂੰ ਅੱਧ ਖੁੱਲਾ ਛੱਡ ਜਾਂਦਾ ਏ। ਰਾਮ ਪਿਆਰੀ ਇੱਕ ਤਾਂ ਡਾਕਟਰਾਂ ਸਾਡੀ ਸੁੱਧ ਬੁੱਧ ਮਾਰ ਛੱਡੀ ਏ। ਰੋਜ਼ ਦਵਾਈਆਂ, ਨਾ ਬਿਮਾਰੀਆਂ ਜਾਂਦੀਆਂ ਨੇ ਤੇ ਨਾ ਦਵਾਈਆਂ ਮੁੱਕਦੀਆਂ ਨੇ। ਸਾਹ ਭਰ ਕੇ ਹੇ ਰਾਮ। ਇਸ ਵੇਲੇ ਦਰਵਾਜ਼ੇ ਵਿੱਚ ਆਵਾਜ਼ ਆਉਂਦੀ ਹੈ। ਆਵਾਜ਼, ਬੀਬੀ ਜੀ 14 ਨੰਬਰ ਕੁਆਟਰ ਇਹੋ ਹੈ? ਰਾਮ ਪਿਆਰੀ ਉੱਠ ਕੇ ਦਰਵਾਜ਼ੇ ਵੱਲ ਜਾਂਦੀ ਹੈ। ਇਹੋ ਹੈ ਕਿਉਂਕਿ ਇੱਕ ਛੋਕਰਾ ਆਪਣੇ ਸਿਰ ਤੋਂ ਇੱਕ ਨਿੱਕੀ ਜਿਹੀ ਟਰੰਕੀ ਉਤਾਰ ਕੇ ਬਰਾਂਡੇ ਵਿੱਚ ਰੱਖ ਦਿੰਦਾ ਹੈ। ਰਾਮ ਪਿਆਰੀ ਇਹ ਕਿਹਦਾ ਹੈ? ਕੁਲੀ ਬਿਨਾਂ ਕੁਝ ਦੱਸਿਆ ਬਾਹਰ ਨੂੰ ਜਾਂਦਾ ਏ। ਵੇ ਹੋਰ ਕਿਸੇ ਦਾ ਘਰ ਹੋਣਾ, ਲੈ ਜਾ ਇਹਨੂੰ। ਕੁਲੀ ਬਾਹਰੋਂ ਹੀ, ਇਸੇ ਨੰਬਰ ਦਾ ਹੈ ਜੀ, ਉਹ ਕਹਿੰਦਾ ਚਲਿਆ ਜਾਂਦਾ ਹੈ। ਰਾਮ ਪਿਆਰੀ ਇਸੇ ਨੰਬਰ ਦਾ? ਹੈਰਾਨੀ ਨਾਲ, ਸਾਡੇ ਕੌਣ ਆਉਣ ਵਾਲਾ ਏ? ਦਰਵਾਜ਼ਾ ਭੀੜ ਕੇ ਪਟੜੀ ਤੇ ਜਾ ਬੈਠਦੀ ਹੈ ਤੇ ਸਬਜ਼ੀ ਚੀਰਨ ਲੱਗ ਜਾਂਦੀ ਹੈ। ਛੇਤੀ ਹੀ ਦਰਵਾਜ਼ਾ ਖੜਕਦਾ ਹੈ। ਰਾਮ ਪਿਆਰੀ ਮੁੜ ਕੇ ਵੇਖਦੀ ਹੈ। ਮਦਨ ਲਾਲ ਦਰਵਾਜ਼ੇ ਵਿੱਚੋਂ ਹੌਲੀ ਜਿਹੀ ਸਿਰ ਕੱਢ ਕੇ ਅੰਦਰ ਝਾਂਕਦਾ ਹੈ। ਰਾਮ ਪਿਆਰੀ ਕੌਣ? ਮਦਨ ਲਾਲ ਅੰਦਰ ਵੜ ਕੇ, ਮੈਂ ਹਾਂ ਮਾਸੀ ਜੀ, ਨਮਸਤੇ। ਰਾਮ ਪਿਆਰੀ ਉਸਨੂੰ ਵੇਖ ਕੇ ਪਛਾਣਦੀ ਰਹਿ ਜਾਂਦੀ ਹੈ। ਮਦਨ ਦਾ ਹੁਲੀਆ ਕੁਝ ਵਿਗੜਿਆ ਜਿਹਾ ਹੈ। ਤੇੜ ਅੱਧ ਮੈਲਾ ਜਿਹਾ ਪਜਾਮਾ, ਕਮੀਜ਼ ਦਾ ਉਤਲਾ ਬਟਨ ਟੁੱਟਾ ਹੋਇਆ, ਕੋਟ ਵਿੱਚੋਂ ਪਿਆ ਲੱਭਦਾ ਏ। ਸਿਰ ਤੇ ਪਗੜੀ ਜਿਹੜੀ ਬਹੁਤ ਸਾਫ਼ ਨਹੀਂ ਜਾਪਦੀ। ਪੱਗ ਦੇ ਵੱਲਾਂ ਵਿੱਚੋਂ ਮੱਥੇ ਤੇ ਬੰਨੀ ਹੋਈ ਇੱਕ ਪੱਟੀ ਥੋੜੀ ਜਿਹੀ ਦਿਸਦੀ ਹੈ। ਚਿਹਰਾ ਫਿਕਰ ਚਿੰਤਾ ਦਾ ਮਾਰਿਆ ਹੋਇਆ, ਕਈ ਚਿਰਾਂ ਤੋਂ ਸ਼ੇਵ ਵੀ ਨਾ ਕਰਨ ਕਰਕੇ ਚਿਹਰਾ ਵਧੇਰੇ ਬੇਰੌਣਕਾ ਤੇ ਉਤਰਿਆ ਹੋਇਆ ਜਾਪਦਾ ਏ। ਰਾਮ ਪਿਆਰੀ ਉੱਠ ਕੇ ਦਰਵਾਜ਼ੇ ਵੱਲ ਜਾਣਾ ਚਾਹੁੰਦੀ ਏ, ਪਰ ਮਦਨ ਆਪ ਹੀ ਹੁਣ ਬਰਾਂਡੇ ਵਿੱਚ ਆ ਜਾਂਦਾ ਹੈ। ਰਾਮ ਪਿਆਰੀ ਉਹਦੇ ਵੱਲ ਸਿਰ ਤੋਂ ਪੈਰਾਂ ਤੱਕ ਦੇਖਦੀ ਰਹਿ ਜਾਂਦੀ ਹੈ, ਜਿਵੇਂ ਪਛਾਣਿਆ ਨਹੀਂ। ਮਦਨ, ਮਾਸੀ ਮੈਂ ਆ, ਪਛਾਣਦੀ ਨਹੀਂ? ਮੈਂ ਮਦਨ। ਰਾਮ ਪਿਆਰੀ ਤੂੰ ਮਦਨ? ਸਿਰ ਤੋਂ ਪੈਰਾਂ ਵੱਲ ਤੇ ਪੈਰਾਂ ਤੋਂ ਸਿਰ ਵੱਲ ਵੇਖਦੀ ਹੋਈ, ਤੂੰ ਮਦਨ? ਇਹ ਕੀ ਹਾਲ ਬਣਿਆ ਏ ਤੇਰਾ? ਆ ਬੈਠ, ਮੈਨੂੰ ਦੱਸ। ਉਹਨੂੰ ਫੜ ਕੇ ਕੁਰਸੀ ਵੱਲ ਲਿਆਉਂਦੀ ਹੈ। ਮਦਨ, ਦੱਸਣਾ ਮਾਸੀ, ਟਰੰਕੀ ਅੰਦਰ ਕਰ ਲਵਾਂ? ਟਰੰਕੀ ਨੂੰ ਅੰਦਰ ਚੁੱਕ ਕੇ ਲੈ ਕੇ ਜਾਂਦਾ ਏ। ਰਾਮ ਪਿਆਰੀ ਹੇ ਭਗਵਾਨ। ਮਦਨ ਕਿੱਧਰੋਂ? ਨਾ ਖੱਤ ਨਾ ਪੱਤਰ। ਮਦਨ ਬਾਹਰ ਨਿਕਲਦਾ ਹੋਇਆ, ਮਾਸੀ ਜੀ ਜੇ ਮੈਂ ਲਿਖ ਸਕਦਾ ਤਾਂ ਲਿਖਦਾ। ਰਾਮ ਪਿਆਰੀ ਪਿੱਛੋਂ ਘਰ ਸੁੱਖ ਸਾਂ ਦੇ। ਮਦਨ ਹੋਣੀ ਏ, ਮੈਨੂੰ ਪਤਾ ਨਹੀਂ, ਮੈਨੂੰ ਤੀਜਾ ਚੌਥਾ ਮਹੀਨਾ ਹੋਇਆ ਏ ਘਰੋਂ ਨਿਕਲਿਆ। ਕੁਰਸੀ ਉੱਤੇ ਬੈਠ ਜਾਂਦਾ ਏ। ਰਾਮ ਪਿਆਰੀ ਘਰੋਂ ਨਿਕਲਿਆ? ਕਿਉਂ, ਕੀ ਹੋਇਆ ਏ? ਨਾਰਾਜ਼ ਹੋ ਕੇ ਨਿਕਲਿਆ ਏ? ਮਦਨ ਤਕਦੀਰ ਮਾਸੀ, ਖੋਟੀ ਕਿਸਮਤ। ਲੰਬਾ ਸਾਰਾ ਹੌਂਕਾ ਭਰਦੇ ਹੂੰ। ਰਾਮ ਪਿਆਰੀ ਜਿਵੇਂ ਕੁਝ ਦੱਸਦਾ ਸਹੀ, ਮੇਰੇ ਜੀ ਨੂੰ ਡੋਬ ਪੈਂਦੇ ਨਹੀਂ। ਮਦਨ ਦੱਸਣਾ ਮਾਸੀ, ਦੱਸਣਾ, ਮੈਨੂੰ ਦਮ ਲੈਣ ਦੇ ਮਾਸੀ। ਮਦਨ ਸਿਰ ਨੂੰ ਦੋਹਾਂ ਹੱਥੋਂ ਵਿੱਚ ਲੈ ਕੇ ਜਿਵੇਂ ਫਿਕਰਮੰਦ ਹੁੰਦਾ ਹੈ। ਰਾਮ ਪਿਆਰੀ ਉਹਦੇ ਵੱਲ ਵੇਖ ਕੇ ਘਬਰਾਈ ਹੋਈ ਆਵਾਜ਼, ਭਗਵਾਨ। ਮਦਨ ਮਾਸੀ ਕੀ ਦੱਸਾਂ ਤੈਨੂੰ, ਜਿੱਦਾਂ ਸ਼ਿਕਾਰ ਕੁੱਤੇ ਪਿੱਛੇ ਪਏ ਹੁੰਦੇ ਹਨ ਤੇ ਉਹ ਹੌਂਕਦਾ ਤੇ ਲੁਕਦਾ ਫਿਰਦਾ ਏ, ਉਹ ਹਾਲ ਮੇਰਾ ਹੈ। ਰਾਮ ਪਿਆਰੀ ਹਾਏ ਤੇਰੇ ਪਿੱਛੇ ਕੁੱਤੇ ਕਿੱਥੋਂ ਪੈ ਗਏ? ਮਦਨ ਦੁੱਖ ਭਰੀ ਆਵਾਜ਼ ਵਿੱਚ, ਮਾਸੀ ਮੇਰੇ ਪਿੱਛੇ ਪੁਲਿਸ ਲੱਗੀ ਹੋਈ ਏ। ਮੈਂ ਥਾਂ ਨੱਠਦਾ ਲੁਕਦਾ ਫਿਰਦਾ ਹਾਂ। ਅਰਮਾਨ ਭਰੇ ਲਹਿਜ਼ੇ ਵਿੱਚ ਬੋਲਦਾ ਹੈ। ਮਾਸੀ ਇੱਥੇ ਪੁਲਿਸ ਤਾਂ ਨਹੀਂ ਆ ਸਕਦੀ। ਰਾਮ ਪਿਆਰੀ ਲੈ ਪੁਲਿਸ ਨੇ ਇੱਥੇ ਖੇ ਖਾਣ ਆਉਣਾ ਹੈ? ਸਦਕੇ ਕੀਤੀ, ਘਬਰਾ ਨਾ। ਤੇਰੀ ਹਾਲਤ ਵੇਖ ਕੇ ਮੇਰਾ ਜੀ ਪਿਆ ਖੁੱਸਦਾ ਏ। ਮੈਨੂੰ ਸਾਰੀ ਗੱਲ ਦੱਸ। ਮਦਨ
ਆਪਣੇ ਆਪ ਨਾਲ ਦੱਸਣਾ ਅੰਦਰ ਚੱਲ ਕੇ ਰਾਮ ਪਿਆਰੀ ਹੈ ਕਮਲਾ ਤੂੰ ਬੇਸ਼ੱਕ ਗੱਲ ਕਰ ਇੱਥੇ ਕੋਈ ਨਹੀਂ ਆਉਂਦਾ। ਮਦਨ ਦਰਵਾਜ਼ੇ ਵੱਲ ਇਸ਼ਾਰਾ ਕਰਕੇ ਖੁੱਲ੍ਹਾ ਹੈ। ਰਾਮ ਪਿਆਰੀ ਮੈਂ ਕੁੰਡੀ ਲਾ ਦਿੰਨੀ ਆ। ਉੱਠ ਕੇ ਦਰਵਾਜ਼ਾ ਬੰਦ ਕਰਦੀ ਏ। ਲੈ ਹੁਣ ਕਾਹਦਾ ਫਿਕਰ ਏ ਦੱਸ ਮੈਨੂੰ। ਪਟੜੀ ਖਿਸਕਾ ਕੇ ਕੁਰਸੀ ਦੇ ਕੋਲ ਕਰ ਲੈਂਦੀ ਹੈ। ਮਦਨ ਰਾਜ਼ਦਾਰੀ ਲਹਿਜ਼ੇ ਵਿੱਚ ਮਾਸੀ ਮੈਂ ਰੁਪਇਆ ਨਹੀਂ ਚੁੱਕਿਆ, ਮੈਂ ਚੋਰ ਨਹੀਂ ਆ, ਮੈਂ ਗਬਨ ਨਹੀਂ ਕੀਤਾ। ਰਾਮ ਪਿਆਰੀ ਚੋਰੀ ਗਬਨ ਕੀ ਪਿਆ ਗੱਲਾਂ ਕਰਦਾ ਏ। ਮਦਨ ਬੋਲਦਾ ਹੈ ਕਿਸਮਤ ਨੇ ਦਗਾ ਦਿੱਤਾ ਮਾਸੀ, ਮੇਰੇ ਨਾਲ ਤਾਂ ਕਲਰਕ ਭੂਸ਼ਣ ਅਸੀਂ ਦੋਵੇਂ ਇੱਕ ਦਫ਼ਤਰ ਵਿੱਚ ਸਾਂ ਨਾ। ਰਾਮ ਪਿਆਰੀ ਹਾਂ ਫਿਰ ਕੀ ਹੋਇਆ। ਮਦਨ ਉਹਨੇ ਮੈਨੂੰ ਫੁਸਲਾਇਆ, ਮੇਰੀ ਅਕਲ ਤੇ ਪਰਦਾ ਪੈ ਗਿਆ, ਮੈਂ ਉਹਦੀ ਗੱਲਾਂ ਵਿੱਚ ਆ ਗਿਆ। ਬੁੱਧੂ ਮੈਂ ਬੁੱਧੂ ਆ। ਉਹ ਰੁਪਏ ਲੈ ਕੇ ਉੱਡ ਗਿਆ। ਰਾਮ ਪਿਆਰੀ ਫਿਰ ਤੈਨੂੰ ਕੀ, ਤੂੰ ਤਾਂ ਰੁਪਇਆ ਨਹੀਂ ਲਿਆ ਨਾ। ਮਦਨ ਵੇਖਿਆ ਨਹੀਂ ਕਹਿੰਦਾ ਸੀ ਅੱਧੋ ਅੱਧ ਦਿਆਂਗਾ, ਮੈਂ ਲਾਲਚ ਵਿੱਚ ਆ ਗਿਆ। ਰਾਮ ਪਿਆਰੀ ਕਿੰਨਾ ਕੁ ਸੀ ਰੁਪਇਆ। ਮਦਨ 48,000। ਰਾਮ ਪਿਆਰੀ 48,000 ਹੇ ਰਾਮ ਆਪੇ ਪੁਲਿਸ ਉਹਨੂੰ ਫੜੇਗੀ, ਤੈਨੂੰ ਕੀ। ਮਦਨ ਉਹ ਤਾਂ ਫੜਿਆ ਗਿਆ ਏ। ਰਾਮ ਪਿਆਰੀ ਬਸ ਫਿਰ ਤੂੰ ਕਿਉਂ ਨੱਠਦਾ ਫਿਰਦਾ ਏ, ਆਪੇ ਸੱਚੋ ਸੱਚ ਨਿੱਤਰ ਜਾਵੇਗਾ। ਰਾਮ ਪਿਆਰੀ ਉਹਨੇ ਪੁਲਿਸ ਨੂੰ ਮੇਰੇ ਪਿੱਛੇ ਲਾ ਦਿੱਤਾ ਏ, ਕਹਿੰਦਾ ਇਹ ਰੁਪਇਆ ਮੇਰੇ ਕੋਲ ਹੈ। ਰਾਮ ਪਿਆਰੀ ਪਰ ਤੂੰ ਲਿਆ ਹੀ ਨਹੀਂ, ਤੈਨੂੰ ਕਾਹਦਾ ਡਰ ਹੈ। ਮਦਨ ਮਾਸੀ ਮੇਰੀ ਕਿਸੇ ਨੇ ਨਹੀਂ ਸੁਣਨੀ, ਕਿਸੇ ਨੇ ਨਹੀਂ ਮੰਨੀ। ਰਾਮ ਪਿਆਰੀ ਤੂੰ ਐਵੇਂ ਨਾ ਪਿਆ ਘਬਰਾ। ਮਦਨ ਆਖਦਾ ਹੈ ਪੁਲਿਸ ਡੰਡਿਆਂ ਨਾਲ ਮੇਰੇ ਹੱਡ ਪੰਨ ਸੁੱਟੇਗੀ, ਮੈਨੂੰ ਕੁੱਟ ਕੇ ਬਕਾ ਲਵੇਗੀ। ਰਾਮ ਪਿਆਰੀ ਹਾਏ ਮਦਨ ਮੇਰੇ ਕੋਲੋਂ ਪੁਲਿਸ ਦੀ ਫੰਡ ਨਹੀਂ ਚੱਲ ਹੋਣੀ, ਮੈਂ ਮਰ ਜਾਵਾਂਗਾ। ਓਏ ਮੇਰਿਆ ਰੱਬਾ। ਰਾਮ ਪਿਆਰੀ ਸੁੱਖੀ ਸੰਦੀ ਮਰਨ ਤੇਰੇ ਵੈਰੀ, ਇੱਥੇ ਪੁਲਿਸ ਨਹੀਂ ਆ ਸਕਦੀ, ਘਬਰਾ ਨਾ। ਚੱਲ ਅੰਦਰ ਹੱਥ ਮੂੰਹ ਧੋ ਕੇ, ਹੁਣੇ ਤੇਰਾ ਵੀਰਾ ਦਫ਼ਤਰੋਂ ਆਉਂਦਾ ਏ ਤਾਂ ਤੁਹਾਨੂੰ ਚਾਹ ਬਣਾ ਕੇ ਦੇਣੀ ਆ। ਮਦਨ ਅੰਦਰ ਚਲਾ ਜਾਂਦਾ ਏ ਤੇ ਰਾਮ ਪਿਆਰੀ ਫਿਰ ਸਬਜ਼ੀ ਚੀਰਨ ਲੱਗ ਪੈਂਦੀ ਹੈ। ਰਾਮ ਪਿਆਰੀ ਖਬਰੇ ਕੀ ਕਰ ਬੈਠਾ ਏ ਮੁੰਡਾ, ਜੀ ਭਿਆਨ ਸਾਡੇ ਆ ਵੜਿਆ ਏ, ਲਾਜ ਰੱਖੀ ਭਗਵਾਨ। ਇਸ ਵੇਲੇ ਹਰੀਚੰਦ ਜੋ ਡਾਕਟਰ ਦਿਓ ਧਰਮ ਪਰਤ ਕੇ ਆਇਆ ਹੈ, ਦਰਵਾਜ਼ਾ ਕੁੰਡੀ ਲਗਾ ਕੇ ਵੇਖ ਕੇ ਕਾਲ ਪੈ ਕੇ ਖੜਕਾਉਂਦਾ ਹੈ। ਦਰਵਾਜ਼ਾ ਜ਼ੋਰ ਨਾਲ ਖੜਕਣ ਦੀ ਆਵਾਜ਼ ਸੁਣ ਕੇ ਰਾਮ ਪਿਆਰੀ ਤਰਪਕ ਪੈਂਦੀ ਹੈ। ਆਪਣੇ ਖਿਆਲ ਵਿੱਚ ਉਸ ਨੂੰ ਇੰਜ ਜਾਪਦਾ ਹੈ ਜਿਵੇਂ ਪੁਲਿਸ ਆ ਕੇ ਦਰਵਾਜ਼ਾ ਭੰਨਿਆ ਹੈ। ਰਾਮ ਪਿਆਰੀ ਬੈਠੀ ਆਪ ਘਰ ਨਹੀਂ ਹੈਗੇ, ਜਰਾ ਠਹਿਰ ਕੇ ਆਇਓ ਭਾਈ। ਹਰੀਚੰਦ ਬਾਹਰੋਂ ਉਹ ਦਰਵਾਜ਼ਾ ਵੀ ਖੋਲ ਨਾ, ਕੁੰਡੀ ਕਿਉਂ ਚਾੜ ਦਿੱਤੀ ਏ। ਰਾਮ ਪਿਆਰੀ ਆਈ ਜੀ ਆਈ ਦੌੜ ਕੇ ਦਰਵਾਜ਼ਾ ਖੋਲਦੀ ਏ ਤੇ ਹਰੀਚੰਦ ਦਵਾਈ ਵਾਲੀ ਸ਼ੀਸ਼ੀ ਹੱਥ ਵਿੱਚ ਫੜੀ ਆਉਂਦਾ ਹੈ। ਮੈਂ ਜਾਤਾ ਪੁਲਿਸ ਵਾਲੇ ਦਰਵਾਜ਼ਾ ਭੰਨਣ ਡਏ ਹੋਏ ਨੇ। ਹਰੀਚੰਦ ਪੁਲਿਸ ਵਾਲੇ, ਉਹਨਾਂ ਦਾ ਕੀ ਕੰਮ ਇੱਥੇ ਆਉਣ ਦਾ, ਬੈਠੀ ਊਂਘ ਪਈ ਏ, ਕੋਈ ਭੈੜਾ ਸੁਪਨਾ ਵੇਖਿਆ ਏ ਕੀ। ਰਾਮ ਪਿਆਰੀ ਬੜੀ ਬਿਪਤਾ ਪਈ ਏ, ਪਰ ਪਹਿਲੇ ਮੈਨੂੰ ਡਾਕਟਰ ਦੀ ਗੱਲ ਦੱਸ ਦਿਓ ਛੇਤੀ। ਹਰੀਚੰਦ ਉਹ ਵੀ ਬਿਪਤਾ ਹੀ ਏ। ਰਾਮ ਪਿਆਰੀ ਕਿਉਂ, ਕੀ ਬਿਮਾਰੀ ਦੱਸੀ ਏ। ਹਰੀਚੰਦ ਉਹ ਕੋਈ ਇੱਕ ਹੋਵੇ ਤਾਂ ਦੱਸਾਂ, ਉਹਨੇ ਕਈ 10 ਗਿਣਾ ਦਿੱਤੀਆਂ ਨੇ। ਦਿਲ ਦੀ ਖਰਾਬੀ, ਖੂਨ ਦੀ ਕਮੀ, ਦਿਲ ਦੀ ਧੜਕਣ, ਫੇਫੜੇ ਖਰਾਬ, 12 ਮਾਸੀ ਜ਼ੁਕਾਮ, ਗੱਲ ਕੀ ਪੈਰਾਂ ਤੋਂ ਲੈ ਕੇ ਸਿਰ ਤੀਕਰ ਕੋਈ ਥਾਂ ਨਹੀਂ ਜਿੱਥੇ ਬਿਮਾਰੀ ਨਾ ਹੋਵੇ। ਰਾਮ ਪਿਆਰੀ ਹਰੇ ਰਾਮ। ਹਰੀਚੰਦ ਤੈਨੂੰ ਆਖਿਆ ਹੈ ਨਾ ਪਿੱਛੋਂ ਜਾਂਦਿਆਂ ਆਵਾਜ਼ ਨਾ ਮਾਰਿਆ ਕਰ। ਰਾਮ ਪਿਆਰੀ ਦਵਾਈ ਦਿੱਤੀ ਏ। ਹਰੀਚੰਦ ਸ਼ੀਸ਼ੀ ਵਿਖਾ ਕੇ ਆ ਪੀਣ ਲਈ, ਐਵੇਂ ਪੁੜੀਆਂ ਫੁਕਣੇ ਲਈ, ਇਹ ਗੋਲੀਆਂ ਖਾਣ ਲਈ 12 ਟੀਕੇ। ਰਾਮ ਪਿਆਰੀ ਹੇ ਰਾਮ ਇੱਕੋ ਵਾਰ 12। ਹਰੀਚੰਦ ਨਹੀਂ, ਹਟ ਕੇ ਤੇ ਫਿਰ ਜੇ ਆਰਾਮ ਨਾ ਆਇਆ ਤੇ ਸਾਰੇ ਦੇ ਸਾਰੇ ਟੈਸਟ ਕਰਵਾਉਣੇ ਪੈਣਗੇ। ਰਾਮ ਪਿਆਰੀ ਹੇ ਰਾਮ। ਹਰੀਚੰਦ ਖੂਨ ਦਾ ਟੈਸਟ, ਥੁੱਕ ਦਾ ਤੇ ਜਿੰਨਾ ਚੀਜ਼ਾਂ ਦਾ ਨਾਂ ਨਹੀਂ ਲੈਣਾ ਉਹਨਾਂ ਦਾ ਵੀ, ਫਿਰ ਜਿਗਰ ਵੀ ਫੋਟੋ, ਛਾਤੀ ਦੀ ਫੋਟੋ, ਅੱਖਾਂ ਵਿਖਾਓ, ਦੰਦ ਕਢਾਓ। ਰਾਮ ਪਿਆਰੀ ਹੇ ਰਾਮ ਤੇ ਬਾਕੀ ਰਹਿ ਕੀ ਗਿਆ। ਹਰੀਚੰਦ ਬਾਕੀ ਰਹਿ ਗਿਆ ਪੋਸਟਮਾਰਟਮ। ਰਾਮ ਪਿਆਰੀ ਡਾਕਟਰ ਕਹੀ ਹੱਤ ਚੁੱਕੀ ਹੈ, ਨਵੇਂ ਤੋਂ ਨਵਾਂ ਭਰਮ ਪਾਉਂਦੇ ਨੇ, ਤੁਸੀਂ ਕਿਸੇ ਵੈਦ ਕੋਲ ਜਾਓ। ਹਰੀਚੰਦ ਵੈਦਾਂ ਦੀ ਗੱਲ ਵੀ ਰਹਿਣ ਦੇ, ਸਾਰੇ ਇੱਕੋ ਰਸੇ ਫਾਹਾ ਦੇਣ ਵਾਲੇ ਨੇ, ਇੱਕ ਤਾਂ ਰੋਲ ਕੇ ਮਾਰਦੇ ਨੇ, ਇਹਦੇ ਨਾਲੋਂ ਤਾਂ ਬੰਦਾ ਸ਼ਰਾਫਤ ਨਾਲ ਮਰ ਜਾਵੇ ਸੋ ਚੰਗਾ। ਰਾਮ ਪਿਆਰੀ ਹਾਏ ਛੱਡੋ ਪਰੇ ਇਹਨਾਂ ਵਿਸ਼ਵਾਸਾਂ ਨੂੰ ਤੇ ਮੇਰੀ ਗੱਲ ਸੁਣੋ, ਇੱਕ ਹੋਰ ਮੁਸੀਬਤ ਆ ਪਈ ਜੇ। ਚੰਦ
ਅੱਗੇ ਮੁਸੀਬਤਾਂ ਕੋਈ ਘੱਟ ਸਨ। ਦੱਸ ਦੱਸ ਹੁਣ ਢਿੱਲ ਨਾ ਕਰ। ਰਾਮ ਪਿਆਰੀ, ਤੁਸੀਂ ਧਿਆਨ ਨਾਲ ਸੁਣੋ ਤੇ ਮੈਂ ਦੱਸਾਂ। ਹਰੀਚੰਦ, ਐਨਕ ਲਾ ਲਵਾਂ? ਰਾਮ ਪਿਆਰੀ, ਮਦਨ ਆਇਆ ਹੋਇਆ ਹੈ। ਜਦੋਂ ਦਾ ਆਇਆ ਏ ਮੈਨੂੰ ਥੱਥੇ ਪੱਥੇ ਪਏ ਹੋਏ ਜੇ। ਹਰੀਚੰਦ, ਮਦਨ ਕੌਣ? ਰਾਮ ਪਿਆਰੀ, ਹੈਂ ਭੁੱਲ ਗਏ ਹੋ? ਮੇਰਾ ਭਣੇਵਾ, ਭੈਣ ਗਿਆਨੋ ਦਾ ਪੁੱਤਰ। ਬੁਰੀ ਹਾਲਤ ਹੈ ਵਿਚਾਰੇ ਦੀ। ਹਰੀਚੰਦ, ਫਿਰ ਉਹਨੂੰ ਵੀ ਡਾਕਟਰ ਕੋਲ ਲੈ ਜਾਵਾਂ? ਨਹੀਂ ਤੇ ਖੈਰ ਇਹੋ ਦਵਾਈਆਂ ਵੰਡ ਕੇ ਖਾ ਲਵਾਂਗੇ। ਰਾਮ ਪਿਆਰੀ ਹਰੀਚੰਦ ਦੇ ਕੰਨ ਕੋਲ ਮੂੰਹ ਕਰਕੇ, ਉਹਦੇ ਪਿੱਛੇ। ਹਰੀਚੰਦ ਗੱਲ ਟੁਕਦਿਆਂ ਹੋਇਆ, ਅਜੇ ਮੈਂ ਬੋਲਾ ਨਹੀਂ ਹੋਇਆ, ਬੇਸ਼ੱਕ ਤੂੰ ਪਰੇ ਹੋ ਕੇ ਗੱਲ ਕਰ। ਰਾਮ ਪਿਆਰੀ ਰਾਜ਼ਦਾਰੀ ਨਾਲ, ਉਹਦੇ ਪਿੱਛੇ ਪੁਲਿਸ ਲੱਗੀ ਹੋਈ ਏ, ਲੁਕਦਾ ਫਿਰਦਾ ਏ। ਹਰੀਚੰਦ ਕਾਲਾ ਪੈ ਕੇ, ਤੇ ਤੂੰ ਕਿੱਧਰ ਦੀ ਸਿਆਣੀ ਏ, ਇਹਨੂੰ ਘਰ ਵਾੜ ਲਿਆ। ਅੱਗੇ ਡਾਕਟਰ ਸਾਡੇ ਪਿੱਛੇ ਲੱਗੇ ਹੋਏ ਨੇ ਤੇ ਹੁਣ ਪੁਲਿਸ ਵੀ ਲੱਗ ਪਈ। ਉੱਕਾ ਹੀ ਸਫਾਇਆ ਸਮਝ। ਰਾਮ ਪਿਆਰੀ, ਉਹਨੇ ਰਾਤ ਦੀ ਰਾਤ ਅਟਕਣਾ ਏ, ਸਵੇਰੇ ਤੋਰ ਦਿਆਂਗੇ। ਮੈਂ ਕੀ ਕਰਦੀ ਹਾਂ, ਕਿਸੇ ਮੁਕੱਦਮੇ ਵਿੱਚ ਫਸ ਗਿਆ ਏ। ਹਰੀਚੰਦ, ਤੇ ਨਾਲ ਹੁਣ ਸਾਨੂੰ ਵੀ ਫਸਾਉਣਾ ਏ। ਸ਼ਾਬਾਸ਼ੇ ਤੇਰਾ ਵੀ, ਮਾਂ ਦੀ ਬੱਚੀਏ। ਰਾਮ ਪਿਆਰੀ, ਕਿਸੇ ਵੱਲ 7 ਬੇਗਾਨੇ ਨੂੰ ਵੀ ਲੁਕਾਉਣਾ ਪੈਂਦਾ ਹੈ। ਇਹ ਤਾਂ ਫੇਰ ਆਪਣਾ ਏ। ਨਾਲੇ ਵੇਖਣਾ ਕਿਸ਼ੋਰ ਨਾਲ ਗੱਲ ਨਾ ਕਰ ਦੇਣਾ ਕਿਤੇ, ਉਹ ਬੜਾ ਬੜਬੋਲਾ ਏ। ਹਰੀਚੰਦ ਉੱਠਦਾ ਏ, ਨਹੀਂ ਨਹੀਂ, ਕਿਸ਼ੋਰ ਨਾਲ ਗੱਲ ਨਹੀਂ ਕਰਨੀ। ਮੈਂ ਮਦਨ ਕੋਲੋਂ ਪੁੱਛਾਂ ਹੋਇਆ ਕੀ ਏ। ਰਾਮ ਪਿਆਰੀ, ਪਰ ਵੇਖਣਾ ਕੋਈ ਕੋੜੀ ਫਿੱਕੀ ਗੱਲ ਨਾ ਕਹਿਣੀ। ਵੇਲਾ ਟੱਪ ਜਾਣਾ ਏ, ਪਰ ਗੱਲਾਂ ਨਹੀਂ ਭੁੱਲਦੀਆਂ। ਹਰੀਚੰਦ, ਸਵੇਰੇ ਇਹਨੂੰ ਚਲਦਾ ਕਰੋ, ਸਾਡੇ ਤੇ ਕਿਰਪਾ ਦ੍ਰਿਸ਼ਟੀ ਰੱਖੇ। ਰਾਮ ਪਿਆਰੀ, ਹਾਏ ਐਡੀ ਉੱਚੀ ਨਾ ਬੋਲੋ, ਸੁਣ ਲਵੇਗਾ ਕਿਤੇ। ਹਰੀਚੰਦ ਅੰਦਰ ਚਲਾ ਜਾਂਦਾ ਹੈ। ਰਾਮ ਪਿਆਰੀ, ਹੇ ਰਾਮ ਭਲੀ ਕਰੀ, ਸਰਬੱਤ ਦਾ ਭਲਾ, ਕਿਸੇ ਪਿੱਛੇ ਸਾਡਾ ਨਿਮਾਣਿਆਂ ਦਾ ਭਲਾ। ਬਾਹਰੋਂ ਕਿਸੇ ਦੇ ਸੁਰ ਵਿੱਚ ਦੋਹੇ ਗਾਉਣ ਦੀ ਆਵਾਜ਼ ਆਉਂਦੀ ਹੈ। ਆਵਾਜ਼, ਮਾਇਆ ਮਰੀ ਨਾ ਮਣ ਮਰਾ, ਮਰ ਮਰ ਜਾਏ ਸਰੀਰ, ਆਸ਼ਾ ਤ੍ਰਿਸ਼ਨਾ ਨਾ ਮਰੇ, ਕਹਿ ਗਏ ਸੰਤ ਕਬੀਰ। ਰਾਮ ਪਿਆਰੀ ਧਿਆਨ ਨਾਲ ਸੁਣਦੀ ਜਾਪਦੀ ਹੈ ਤੇ ਸਿਰ ਚੁੱਕ ਕੇ ਬਾਹਰ ਕੱਢ ਕੇ ਵੇਖਦੀ ਹੈ। 2 ਸਾਧੂ ਅੰਦਰ ਆਉਂਦੇ ਨੇ। ਇੱਕ ਮਾੜਾ ਸੁਕੜਾ ਕਿੰਗੜ ਜਿਹਾ ਮੂੰਹਧਾਰੀ ਤੇ ਦੂਜਾ ਹੱਟਾ ਘੱਟਾ ਚੁੱਟਮੁੱਟ। ਸਾਧੂ, ਕਰ ਭਲਾ ਹੋ ਭਲਾ, ਅੰਤ ਭਲੇ ਦਾ ਭਲਾ। ਸਾਧੂ ਅਜੇ ਵਿਹੜੇ ਵਿੱਚ ਪੌੜੀਆਂ ਕੌੜ ਹੀ ਖੜੇ ਸਨ। ਰਾਮ ਪਿਆਰੀ, ਮਹਾਰਾਜ ਅੰਦਰ ਆ ਜਾਓ, ਮੈਂ ਮੰਜੀ ਢਾ ਦੇਨੀ ਆ। ਉੱਠ ਕੇ ਮੰਜੀ ਡਾਉਣ ਤੇ ਫਿਰ ਖੇਸ ਵਿਛਾਉਂਦੀ ਹੈ। ਮੋਹਨਧਾਰੀ ਇਸ਼ਾਰੇ ਨਾਲ, नहीं नहीं साधु कल्याण हो माता, महात्मा के मौन व्रत धारण कर रखा है, मौन में धरती पर विराजते हैं, ऐसे ही इनकी प्रतिज्ञा है। राम प्यारी, तुसी तो मंजी ते बैठो ना। साधु, हरे नारायण माता, मैं तो इनकी चरण धूड़ हूँ, धूड़ में ही बैठूंगा। साधु पुंजे बैठ जाते हैं। राम प्यारी, अच्छा महाराज, जिवें तुहाडी इच्छा, हुण तुसा भोजन करके ही जाना। साधु, साधु भूखे भाव के, भोजन भूखे ना। राम प्यारी, नहीं महाराज, भोजन जरूर करना है, मैं अख दे फोर विच बना देनी हाँ। भाजी चीरी पई है। मोहनधारी इशारे नाल दसदा है कि वह भोजन कर चुका है। साधु, महात्मा तो एक भगतनी माई दे दूध का भोजन करा दिया है। राम प्यारी, फिर महाराज मैं की सेवा करा, थोड़ा जिहा फल खा लवो। मैं इदां नहीं जान देना। छेती नाल अंदर जांदी है ते फल आद लिया के साधु दे अगे रखदी है। साधु, अच्छा माता, तेरा प्रेम है। एक केला छिलके खांदा है। साधु, माता, प्रेम को प्रेम मिलता है। हम लौटे जा रहे थे आश्रम को, महात्मा ने अंतर्दृष्टि से देखा इस घर में कलेश है। राम प्यारी, कलेश तो महाराज बहुत है। साधु, महात्मा क्लेश निवारने आ गए हैं माता। तरवर सरवर संत जन चौथे बरखा में परोपकार के कारणे चारों तारो थे। राम प्यारी, महाराज उन्हों का शरीर बहुत डिग गया है। साधु, सब ठीक हो जाएगा महाराज की आशीर्वाद से। आज से 10वें रोज मौन व्रत खोलेंगे, उस समय जिस कार्य का ध्यान करेंगे वही सिद्ध होगा। साधु की आवाज़ सुन के हरीचंद बाहर आंदा है। खंगदा कुर्सी ते बैठ जाता है, खंगदा होया। साधु, नारायण हरे, भगत कल्याण हो। हरीचंद, मैं भगत नहीं बाबा। साधु, तुम भगवान के भगत हो, भगवान के सच्चे भगत। हरीचंद व्यंग में टांगना हंसदा होया, मैं भगत हाँ, हा हा हा। राम प्यारी वाल वेख के, क्यों जी, है मेरी शक्ल भगतां वाली है ना। राम प्यारी, साधुआं नाल मस्करी नहीं करनी चाहिए।
ਹਰੀ ਸਿੰਘ ਅੱਛਾ ਅੱਛਾ, ਕਿਸ਼ੋਰ ਦੇ ਦਫ਼ਤਰੋਂ ਆਉਣ ਦਾ ਵੇਲਾ ਏ, ਨਾਲੇ ਮਦਨ ਵੀ ਆਇਆ ਹੋਇਆ ਹੈ, ਉਹਨਾਂ ਲਈ ਚਾਹ ਪਾਣੀ ਦਾ ਬੰਦੋਬਸਤ ਕਰੋ। ਰਾਮ ਪਿਆਰੀ, ਮੈਂ ਅੰਗੀਠੀ ਵਾਲ ਆਵਾਂ। ਮਹਾਰਾਜ ਤੁਸੀਂ ਵੀ ਚਾਹ ਕੋਲੀ ਪੀ ਲਿਓ, ਹੁਣੇ ਬਣ ਜਾਣੀ ਏ। ਹਰੀ ਚੰਦ, हाँ नाले याद रखना, अगे तो मैनू भगत जी आख्या करो। हा हा हा। साधु, भगत तुम्हारा मस्तक बता रहा है कि तुम प्रेमी सजन हो, मुखड़ा वेग जरी दर्पण में। साधु हरीचंद, एक हसरत भरे होंके दे नाल क्या शान सी इस मुखड़े दी जवानी विच। साधु मुस्कुरांदा होया, पर छवि तो भगत अब भी। हरीचंद, कट के ਹੁਣ ਤਾਂ ਬਾਬਾ ਸ਼ੀਸ਼ਾ ਵੇਖਦਿਆਂ ਹੀ ਡਰ ਲੱਗਦਾ ਹੈ। ਗੱਲਾਂ ਢਿਲਕ ਗਈਆਂ, ਬੁੱਲ ਲਟਕ ਗਏ ਨੇ। ਸਾਧੂ, ਪਰ ਨੇਤਰ ਕੀ ਜੋਤੀ ਤੋਂ ਦੇਖੋ। ਹਰੀਚੰਦ, ज्योति किथे बाबा, हुण धुंध जाला गुबार को, सिर तो पैरा ती किस चरखे दी चूल चूल ढिल्ली हो गई है। साधु, ये तो हम देख रहे हैं, स्वास्थ्य ठीक नहीं है। मिक्सचर वाली शीशी वाली इशारा करके बलायती औषधि खाते हो। हरिचंद, एक नहीं बाबा कई गोलियां ते पुड़ियां विखा के, ए वेखो ए वेखो। साधु, बलायती औषधि गर्म और खुश्क है, इससे लाभ नहीं होता। हरिचंद, पर डॉक्टर नूं तां लाभ ही लाभ हुंदा है। साधु मौनधारी वाली इशारा करके, महात्मा औषधि देंगे, काया कल्प हो जाएगी। मौनधारी इशारे नाल तसल्ली दवाउंदा है। यानी तकड़ा हो जाएगा शरीर, चेहरा चमक उठेगा। साधु, नारायणगढ़ के ठाकुर साहब के लिए बनाई थी। हरिचंद, बाबा मैं तो दवाइयां खान तो सत गया हाँ, कौड़ियाँ कुसैलियाँ बेसुआद मुँह बना के। साधु, चिंता ना करो, केवल चावल मात्र खानी है। गऊ के माखन से प्रातःकाल ये भस्म शरीर को कुंदन बना देगी। हरिचंद, किते मैनू ही ना भस्म कर दवे। खैर उदा भी ठीक है, ना शरीर रहेगा ना बीमारियां लगणगियां, नित नित दा खंगदा कला क्लेश मुक जाएगा। साधु, परंतु भगत सब औषधियों से उत्तम एक औषधि है, 100 रोग का एक दारू। हरिचंद दे कंन खड़े हो गए, वो ध्यान नाल सुनदा है। हरिचंद, बाबा वो दारू दस। साधु, ओ है दान, दान करो। हरिचंद, भला बाबा गरीब अपना पेट पाले, डॉक्टरां नूं पूजे जां दान करे। चिड़ी चोंच पर ले गई, नदी न घाट्यो नीर, दान दिए धन ना कटे, कह गए भगत कबीर। धन बड़ी उपाधि है। हरिचंद, बाबा ए उपाधि मैनू बेशक मैनू दे दिओ। साधु, भगत पापा बाज ना कट्ठी होवे ते मोया नाल न जावे। हरिचंद, मैनू नाल लिजाण दा कोई लोभ नहीं, पर इत्थे तां जरा सौखा हो जावां। पैसा ही रंग रूप है, पैसा ही माल है, पैसे बगैर आदमी चरखे दी माल है। साधु, ये ठीक है, परंतु धन तो होता है देने के लिए, ना कि दबा के रखने के लिए। भगत महात्मा ने मौन व्रत खोलते समय यज्ञ करना नियत किया है। काशी से जो पंडित विद्वान पधारेंगे, साधुजन भोजन करेंगे, तुम्हारा कल्याण होगा। इस शुभ अवसर पर उदार ਹਿਰਦੇ ਸੇ ਦਾਨ ਦੇ ਦਿਓ। ਇਸ ਵੇਲੇ ਵੇੜੇ ਵਿੱਚ ਬਾਈਸਿਕਲ ਦੀ ਘੰਟੀ ਵੱਜਦੀ ਹੈ। ਕਿਸ਼ੋਰ ਬਾਈਸਿਕਲ ਨੂੰ ਤਾਲਾ ਲਾਉਂਦਾ ਹੈ। ਸਾਧੂਆਂ ਨੂੰ ਘਰ ਬੈਠੇ ਵੇਖ ਕੇ ਦਾਨ ਵਾਲੀ ਗੱਲ ਸੁਣ ਕੇ ਉਸ ਨੂੰ ਗੱਜ ਚੜ੍ਹਾਉਂਦਾ ਹੈ। ਕਿਸ਼ੋਰ ਗਰਮ ਹੋ ਕੇ, ਪਿਤਾ ਜੀ। ਸਾਧੂ, ਕਲਿਆਣ ਹੋ ਬੇਟਾ। ਮੋਹਨਦਾਰੀ ਵੀ ਆਸ਼ੀਰਵਾਦ ਹੱਥਾਂ ਨਾਲ ਇਸ਼ਾਰੇ ਦਿੰਦਾ ਹੈ। ਹਰੀਚੰਦ ਨੂੰ ਪੁੱਤਰ ਹੈ ਆਪਕਾ ਭਗਤ। हरिचंद, भगवान दाए बाबा। साधु, बहुत भागवान है, मस्तक को देखो। किशोर, बक बक बंद कर बाबा। हरिचंद नूं, पिता जी फिर वो गल मैं तुहानू किन्नी बार समझा चुका हाँ, इन्ना पखंडियां दे मूँह ना लाया करो। उठो बाबा, निकलो इत्थों। हरिचंद, किशोर वेले नकम्मे, मुफ्त दा चंगा चोखा खा के किद्दां मांस चढ़िया पिया है चोबर उत्ते। पंडितां सेर आटा पीण दे लायक है ए चुटमुट। हरिचंद, किशोर, पिताजी तुसी समझदे नहीं, ए भेखी साधु सोरे मंगते निरे पखंडी। साधु बड़े नरम लहजे च, बेटा क्या कह रहे हो? बोली तो अनमोल है, जे कोई जाने बोल। हीरे तराजू तोल कर तब मुख बाहर बुक खोल। हरिचंद झूम जाता है, वाह महाराज वाह, धन्य हो। सुनिए ही किशोर, साधुआ ने महाराज ने की गल
ਇਸ ਗੱਲ ਦਾ ਗੁੱਸਾ ਨਾ ਕਰਨਾ। ਕਿਸ਼ੋਰ, ਪਿਤਾ ਜੀ ਤੁਸੀਂ ਤਾਂ ਬਿਲਕੁਲ ਸਾਧੂਆਂ ਨੂੰ, ਚਲੋ ਚਲੋ ਨਿਕਲੋ ਇੱਥੋਂ। ਅੱਛਾ ਬੇਟਾ। ਉੱਠਣ ਲੱਗਦਾ ਏ ਤੇ ਮੋਹਨਧਾਰੀ ਨੂੰ ਵੀ ਇਸ਼ਾਰਾ ਕਰਦਾ ਏ। ਹਰੀਚੰਦ ਨਾਲੇ ਜ਼ੋਰ ਨਾਲ ਖੰਘਦਾ ਏ ਤੇ ਨਾਲੇ ਹੱਥਾਂ ਦੇ ਇਸ਼ਾਰੇ ਨਾਲ ਸਾਧੂਆਂ ਨੂੰ ਰੋਕਦਾ ਏ। बाबा जी जाओ, नहीं भोजन करके जाना। साधु, बेटा क्रोधवान है, हम जाते हैं। आय को आदर नहीं, नैनन नहीं सने, तुलसी वहाँ न जाइए, कंचन बरसत में। राम प्यारी आउंदी है। राम प्यारी निम्रता नाल, नहीं महाराज रोटी खा के जाना, मैं एवें नहीं जान देना। किशोर, बीजी जान दिओ साधुआं नूं, तुसी बाबा जाओ। राम प्यारी, नहीं नहीं मैं हथ जोड़दी हाँ महाराज, तुहाडी मिन्नत करदी हाँ। साधु, माता तेरे इस प्रेम को बदे कैसे जाएं, तेरी इच्छा भगतनी तेरी इच्छा। हरीचंद, ओ बाबा नाले मेरी औषधि कित्थे जांदे हो। साधु, घबराओ नहीं भगत, औषधि हमारे पास है। मोहनधारी झोली विच एक बिल कट के विखाउंदा है, ये देखो ज़रूर देगा, परंतु परमात्मा के यज्ञ में केवल 11 रुपये डाल देना। साधु ये लफज लमका के कहता है, एक ही आशीर्वाद से। किशोर गुस्से नाल कंबदा होया, पिता जी। इस वेले मोहनधारी उच्ची उच्ची हूकदा है ते हत्थां नाल कुछ अजीब जे इशारे करदा है, जिस दा जवाब साधु इशारियां दे विच दिंदा है। हरीचंद, बाबा महात्मा जी की कहंदे ने। साधु कहते हैं कोई प्राणी इस घर में बहुत दुखी है। हरीचंद, मैं जो हाँ, मेरे नालों दुखी कौन होना है। खंगदा होया। मोहनधारी इशारे नाल, ओ नहीं कोई होर जीव है। साधु, क्यों बेटा, तुम्हें क्या क्लेश है। किशोर, मैनू कोई कलेश कलूश नहीं, इत्थों झटपट चलते होवो। राम प्यारी, काका मदन तू भी संतां दे दर्शन कर लै, तेरा दुख निवारणगे। इस वेले मदन अंदरों निकलदा है ते साधुआं दीयां गल्लां तो प्रभावित होके ओहदी मत्थे ते पट्टी दिसदी है। किशोर, ओ मदन, मैं अजकल दे दौरे ते हाँ, सोचिया कि लागो लंघदियां तुहानूं भी मिल जावां, बस रात दी रात। साधुआं दे विच कुछ इशारा। साधु, बेटा कल्याण हो, तुम दुखी हो। मोहनधारी दे इशारे। मदन, बाबा दौरे विच सुख कित्थे। साधु, सत्य है कलयुग में मैं सब जीव दुखी हैं, नानक दुखिया सब संसार। किशोर, इन्हां साधुआं क्या पखंड रचिया होया है। मदन, 2-4 दोहे रटक के लोकां नूं लुटदे फिरदे ने, आ वेख पिता जी वल। साधु, ठीक कहा बेटा, साधु नाम को कलंकित करने वाले भी हैं। किशोर, ए साधु घरां विच आके जनानियां तो जेवर ते होर कीमती समान ठग के लै जांदे ने, ए विश्वासघाती, ए विचकारी। राम प्यारी, विचारी लफज सुन के चौंक उड़दी है। वे काका की हो गया है तेरी मत नूं, बोल कबोल ना कड मूंहों। हरीचंद जबान नूं लगाम दे। किशोर, पिता जी की कहंदे हो, की करदे हो। मैं अखबारां विच पढ़िया है 2 हवालाती मुजरम फरार होए हुए ने, एक दा हुलिया तो बिल्कुल इस झुटमुट नाल मिलदा है, मैं तुहानूं विखाउणा। हरीचंद, किशोर ए की बेहूदगी करदा है। राम प्यारी, बाबा जी ए काके दा कष्ट निवार करो। साधु, हाँ हाँ इधर आओ, हाथ दिखाओ, देखूं तुम्हारी हस्तरेखा, तुम्हारी आयु क्या होगी। मदन, 32। साधु, हाँ तो 32वें बरस तुम्हें सिर पर चोट आनी थी। मदन, चोट आई महाराज, सीढ़ियों से गिर पड़ा, माथे पर चोट आई है। साधु, वो एक ही बात है, तुम्हारा कष्ट दूर होने वाला है। मदन, बाबा जी दौरे विच कष्ट तां जरूर हुंदा है। साधु, थोड़ा ही समय रह गया है, दौरा भी समाप्त होने वाला है। अगों हाथ नूं वेख के गंभीरता नाल सिर हिला के, तुम्हें कहीं से गुप्त धन की प्राप्ति होनी चाहिए थी। मदन, अजय तां कष्ट ही कष्ट ने। साधु, महात्मा को नमस्कार करो, बड़ी करनी वाले हैं, इनकी दया दृष्टि हो तो 9 निधि 12 सिद्धि हो जाएगी। मुस्कुरा के मदन बैठा बैठा मोहनधारी वाल नमस्कार करता है, फिर मोहनधारी वालों मुंह मोड़ के साधु वाल कर लेंदा है। मोहनधारी कुछ इशारे करता है। राम प्यारी, इस बच्चे ते दया करनी, बड़ा सीधा ते भोला है। एनी देर नूं किशोर अंदरों अखबार लैके आंदा है। किशोर, आ वेखो, ए वेखो। साधु, बेटा साधु संग मजाक अच्छा नहीं है। किशोर, ए पत्तेबाजियां नाल मेरे घर नहीं चल सकदियां। हरीचंद, बाबा एदा दिमाग मत्थे नाल इशारा करदा, अजकल टिकाने नहीं है। साधु हंसदा होया, कोई बात नहीं, बच्चा है, चंचल वृत्ति है इसकी। किशोर, ए वेखो पिताजी, अखबार पढ़दा है। हवा लाती फरार, कद 5 फुट 7 इंच, रंग गंदमी,
बाई घुटने पर फोड़े का दाग। साधु ने उड़ते हुए चंबे विखा के जरा खब्बा गोडा साधु ਨੂੰ बाजू तो पकड़ के उड़दे उड़दे कोशिश करता है। साधु भगत, यह हमारा अपमान है। हरिचंद गुस्से नाल भड़क के, किशोर बहुत हो गया। साधु ਦੀ ਨਿੰਦਾ बड़ा अपराध है, ਇਸ ਦਾ बड़ा दंड है। साधु महाराज किते हूँ संत का निंदक राज ते ही, संत का निंदक दुखिया अर्दीन। संत की निंदा माँ हत्यारा, संत का निंदक परमेश्वर मारा। राम प्यारी, हे राम भैन नाल कंबदी हुई। किशोर, ऐ साधु नहीं बीजी, कोई महापखंडी है। हरिचंद, किशोर बंद कर अपनी बकबक। साधु, पापी दुष्ट। राम प्यारी, खिमा करो महाराज, शुदाई हो गया है छोकरा। तुसी सारे शुदाई हो गए हो, ऐ भगोड़ा मुजरम है। हरिचंद, जबान संभाल। किशोर, जबान संभाल। साधु, कल्याण हो भगत, संत की महिमा कोई बिरला जाने। किशोर टिचकरी नाल, ए है संत दी महिमा पुलिस पछाणे, ओहे चलो थाने। साधु, नहीं जाएंगे थाने, हम कोई चोर हैं, अपराधी हैं। किशोर, नहीं जाएंगे, मैं पुलिस इत्थे बुलाऊना। साधु, लाओ, हम पुलिस को जानते हैं, पुलिस हमको जानती है। किशोर, हुणे तेरियां शेखियां निकल जाणगियां सारियां। किशोर पुलिस लियाउण लई तैयार मालूम हुंदा है। मदन बहुत घबराहट नाल, पुलिस। हरिचंद, नहीं आएगी इत्थे पुलिस मेरे घर। किशोर, पिताजी जरूर आएगी, मैं चलिया। जान लगता है तो हरिचंद नूं जफा मार के पकड़ लेंदा है। राम प्यारी, पुलिस। हरिचंद, किशोर नहीं। मदन घबराया हुआ है। किशोर पापा, किशोर बाहर नूं नड़ जाता है। मदन बहुत घबराहट विच, मासी, मासड़ जी, मैं चलिया हाँ। मैं साधु जोर नाल मदन नूं पकड़ लैंदा है अते सज्जे हाथ नाल ओदी पट्टी ਅੱਗੇ ਹੋ ਕੇ ਖੋਲ ਦਿੰਦਾ ਹੈ ਤੇ ਸਾਧੂ ਦਾਗ ਵਿਖਾ ਕੇ। ਸਾਧੂ, ਹੁਣ ਕਿੱਥੇ ਜਾਣਾ ਹੈ ਬੱਚੂ? ਮੋਹਨਧਾਰੀ ਨੂੰ, ਇੰਸਪੈਕਟਰ ਸਾਹਿਬ, ਇਹ ਸ਼ਨਾਖਤੀ ਦਾਗ ਮੱਥੇ ਉੱਤੇ ਮਦਨ 100 ਦਿਨ ਚੋਰ ਦੇ ਤੇ 1 ਦਿਨ ਸਾਧ ਦਾ। ਮਦਨ ਨੱਠਣ ਦੀ ਬੇਕਾਰ ਕੋਸ਼ਿਸ਼ ਕਰਦਾ ਹੈ ਪਰ ਸਾਧੂ ਉਸ ਨੂੰ ਜਕੜਿਆ ਹੋਇਆ ਹੈ। ਮੋਹਨਧਾਰੀ ਫੁਰਤੀ ਨਾਲ ਝੋਲੀ ਵਿੱਚੋਂ ਰਿਵਾਲਵਰ ਤਾਣ ਕੇ, ਖਬਰਦਾਰ ਹਿਲੋ ਮਤ, ਦੂਜੇ ਹੱਥ ਨਾਲ ਆਪਣੀ ਨਕਲੀ ਦਾੜੀ ਲਾ ਕੇ ਸੁੱਟ ਦਿੰਦਾ ਹੈ। मैं इंस्पेक्टर दीपचंद, हवलदार जाने ना पाए मुजलम। मदन करा के, हाय रब्बा, मैं मारिया गया। सो बच्चों, ऐसे इस एकांगी विच पढ़िया है कि किस तरह एक मदन लाल जिसने कोई गमन किया है या नहीं किया, लेकिन उसने किसी बुराई का साथ जरूर दिता है तो उस बुराई के कारण उसनों जगह जगह थां ते अपना मूँह लुकाउंदे फिरना पै रहा है। तो किस तरह लख कोशिश करन तो बाद भी ਉਹ ਆਪਣੇ ਗੁਨਾਹ ਲਈ ਪਕੜਿਆ ਗਿਆ, ਆਪਣੀ ਗਲਤੀ ਲਈ ਪਕੜਿਆ ਗਿਆ। ਤੇ ਇਸ ਤੋਂ ਸਾਨੂੰ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਿਸੇ ਦਾ ਵੀ ਸਾਥ ਦੇਣ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਕਰ ਲੈਣੀ ਚਾਹੀਦੀ ਹੈ ਕਿ ਇਹ ਕੰਮ ਸਹੀ ਹੈ ਜਾਂ ਗਲਤ ਹੈ। ਜੇਕਰ ਗਲਤ ਹੈ ਨਾ ਤੇ ਸਾਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ, ਨਾ ਹੀ ਉਹ ਗਲਤ ਕੰਮ ਕਰਨਾ ਚਾਹੀਦਾ ਹੈ। ਤੇ ਇਸ ਵਿੱਚ ਇੱਕ ਹੋਰ ਚੀਜ਼ ਦੀ ਸਿੱਖਿਆ ਦਿੱਤੀ ਗਈ ਹੈ ਕਿ ਅੱਜ ਕੱਲ੍ਹ ਸੱਚਮੁੱਚ ਕੋਈ ਵੀ ਪਖੰਡੀ, ਕੋਈ ਵੀ ਵਹਿਮ ਭਰਮ ਪਾ ਕੇ ਸਾਨੂੰ ਲੁੱਟ ਖਸੁੱਟ ਕਰ ਸਕਦਾ ਹੈ। ਜਿਸ ਤਰ੍ਹਾਂ ਉਹ ਸਾਧੂ ਆਏ ਸੀ, ਮਾਂ ਪਿਓ ਤੇ ਬੇਸ਼ੱਕ ਉਹਨਾਂ ਦੀ ਗੱਲਾਂ ਵਿੱਚ ਆ ਕੇ ਉਸ ਨੂੰ ਸਾਧੂ ਸਮਝ ਬੈਠੇ ਸੀਗੇ, ਲੇਕਿਨ ਅਸਲ ਵਿੱਚ ਉਹ ਪੁਲਿਸ ਵਾਲੇ ਸੀਗੇ। ਲੇਕਿਨ ਉਹਨਾਂ ਦੀ ਥਾਂ ਕੋਈ ਹੋਰ ਭੇਖੀ ਵੀ ਹੋ ਸਕਦਾ ਹੈ ਜੋ ਸਾਨੂੰ ਲੁੱਟਣ ਲਈ ਆਇਆ ਹੋਵੇ, ਤੇ ਸਾਨੂੰ ਇਹਨਾਂ ਗੱਲਾਂ ਦਾ ਵੀ ਧਿਆਨ ਰੱਖਣਾ ਹੈ। ਸੋ ਮੈਨੂੰ ਆਸ ਹੈ ਤੁਹਾਨੂੰ ਇਹ ਪਾਠ ਹੁਣ ਸਮਝ ਆ ਗਿਆ ਹੋਵੇਗਾ। ਹੁਣ ਤੁਸੀਂ ਇਸ ਪਾਠ ਨਾਲ ਸੰਬੰਧਿਤ ਕਾਰਜ ਆਪਣੀ ਉੱਤਰ ਪੁਸਤਕਾਂ ਤੇ ਕਰੋਗੇ। ਧੰਨਵਾਦ।